ਸਾਕਾ ਨਨਕਾਣਾ ਸਾਹਿਬ ਸ਼ਹੀਦੀ ਸਾਕਾ 21 ਫਰਵਰੀ ਸੰਨ 1921 ਨੂੰ ਨਨਕਾਣਾ ਸਾਹਿਬ ਗੁਰਦੁਆਰਾ ਜਨਮ ਸਥਾਨ ਵਿੱਚ ਹੋਇਆ ਸੀ। ਨਨਕਾਣਾ ਸਾਹਿਬ ਦਾ ਇਹ ਗੁਰਦੁਆਰਾ ਉਹ ਇਤਿਹਾਸਿਕ ਸਥਾਨ ਹੈ ਜਿੱਥੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਹੋਇਆ ਸੀ। ਇਸੇ ਕਰਕੇ ਇਸ ਗੁਰਦੁਆਰੇ ਨੂੰ ਗੁਰਦੁਆਰਾ ਜਨਮ ਸਥਾਨ ਕਰਕੇ ਜਾਣਿਆ ਜਾਂਦਾ ਹੈ। 1849 ਈਸਵੀ ਵਿੱਚ ਅੰਗਰੇਜ਼ਾਂ ਨੇ ਰਾਜ ਸੰਭਾਲਦਿਆਂ ਹੀ ਇਹ ਭਾਂਪ ਲਿਆ ਸੀ ਕਿ ਸਿੱਖਾਂ ਲਈ ਗੁਰਦੁਆਰੇ ਕੇਵਲ ਪੂਜਾ ਸਥਾਨ ਹੀ ਨਹੀਂ ਬਲਕਿ ਸਿੱਖੀ ਦਾ ਧੁਰਾ ਹਨ। ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਹੋਰ ਮੁੱਖ ਗੁਰਦੁਆਰਿਆਂ ਦੀ ਹੋਂਦ ਅਤੇ ਸਿੱਖਾਂ ਦਾ ਸਮੁੱਚੇ ਤੌਰ 'ਤੇ ਇਸ ਨਾਲ ਡੂੰਘੇ ਸਤਿਕਾਰ ਵਾਲਾ ਸੰਬੰਧ ਸਿੱਖ ਕੌਮ ਦੀ ਜਥੇਬੰਦਕ ਸ਼ਕਤੀ, ਚੜ੍ਹਦੀ ਕਲਾ ਅਤੇ ਚੜ੍ਹਤ ਦੇ ਕਾਰਨ ਹਨ। ਅੰਗਰੇਜ਼ਾਂ ਨੇ ਮਹੰਤਾਂ ਅਤੇ ਪੁਜਾਰੀਆਂ ਰਾਹੀਂ ਗੁਰਦੁਆਰਿਆਂ ਨੂੰ ਆਪਣੇ ਅਧੀਨ ਰੱਖਣ ਦੀ ਨੀਤੀ ਅਪਣਾਈ ਅਤੇ ਗੁਰਸਥਾਨਾਂ ਦੀ ਮਹੱਤਤਾ ਘਟਾਉਣ ਦੇ ਯਤਨ ਆਰੰਭ ਕਰ ਦਿੱਤੇ। ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਸਰਕਾਰ ਵੱਲੋਂ ਥਾਪੇ ਗਏ ਸਰਬਰਾਹ ਦੇ ਹੱਥ ਦੇ ਕੇ ਉਸ ਨੂੰ ਡਿਪਟੀ ਕਮਿਸ਼ਨਰ ਦੇ ਅਧੀਨ ਕਰ ਦਿੱਤਾ ਅਤੇ ਜਦੋਂ ਵੀ ਲੋੜ ਪਈ ਆਪਣੀ ਸਵਾਰਥ ਸਿੱਧੀ ਅਤੇ ਸਿੱਖਾਂ ਦੀ ਅਣਖ ਨੂੰ ਸਵਾਈ ਰੱਖਣ ਲਈ ਵਰਤਿਆ। ਸਰਬਰਾਹ ਅਰੂੜ ਸਿੰਘ ਵੱਲੋਂ ਕਾਮਾਗਾਟਾ ਮਾਰੂ ਦੇ ਸ਼ਹੀਦਾਂ ਨੂੰ ਸਿੱਖ ਮੰਨਣ ਤੋਂ ਇਨਕਾਰ ਕਰਨਾ ਅਤੇ ਜਲ੍ਹਿਆਂਵਾਲੇ ਬਾਗ ਕਤਲੇਆਮ ਦੇ ਦੋਸ਼ੀ ਜਨਰਲ ਡਾਇਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰੋਪਾ ਦੇਣਾ ਇਸ ਦੀਆਂ ਉਘੜਵੀਆਂ ਮਿਸਾਲਾਂ ਹਨ। ਪੰਜਾਬ ਵਿੱਚ ਅਮਨ ਹੋਣ 'ਤੇ ਅੰਗਰੇਜ਼ਾਂ ਵੱਲੋਂ ਦੇਸ਼ ਦੀ ਆਮਦਨ ਵਧਾਉਣ ਦੇ ਸਾਧਨ ਪੈਦਾ ਕੀਤੇ ਗਏ। ਅੰਗਰੇਜ਼ਾਂ ਵੱਲੋਂ ਗੁਰਦੁਆਰਿਆਂ ਅਤੇ ਕਾਬਜ ਮਹੰਤਾਂ ਅਤੇ ਪੁਜਾਰੀਆਂ ਦੇ ਰਹਿਣ ਸਹਿਣ ਵਿੱਚ ਵੀ ਤਬਦੀਲੀ ਲੈ ਆਂਦੀ ਅਤੇ ਉਹ ਸਾਰੀਆਂ ਊਣਤਾਈਆਂ ਅਤੇ ਭ੍ਰਿਸ਼ਟਾਚਾਰ ਜੋ ਧਨ ਪਦਾਰਥ ਦੇ ਵਾਧੇ ਨਾਲ ਪੈਦਾ ਹੋ ਜਾਇਆ ਕਰਦੇ ਹਨ ਇਹਨਾਂ ਵਿੱਚ ਵੀ ਆਉਣੇ ਸ਼ੁਰੂ ਹੋ ਗਏ। ਸਿੱਖੀ ਜੀਵਨ ਦੇ ਸੋਮਿਆਂ ਨੂੰ ਭ੍ਰਿਸ਼ਟ ਹੁੰਦਾ ਵੇਖ ਕੇ ਸਰਕਾਰ ਨੇ ਇੱਕ ਖਾਸ ਨੀਤੀ ਅਧੀਨ ਖੁਸ਼ੀ ਮਨਾਈ ਅਤੇ ਹਰ ਸੰਭਵ ਤਰੀਕੇ ਨਾਲ ਮਹੰਤਾਂ ਦੀ ਪਿੱਠ ਠੋਕੀ ਅਤੇ ਸ਼ਹਿ ਦਿੱਤੀ। ਮਹੰਤ ਅਤੇ ਪੁਜਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਤਾਂ ਕਰਦੇ ਸਨ ਪਰ ਉਹਨਾਂ ਦੀ ਰਹਿਣੀ ਬਹਿਣੀ ਹਿੰਦੂ ਮਤ ਤੋਂ ਵਧੇਰੇ ਪ੍ਰਭਾਵਿਤ ਸੀ। ਸਿੱਟਾ ਇਹ ਹੋਇਆ ਕਿ ਗੁਰਦੁਆਰਿਆਂ ਵਿੱਚ ਪ੍ਰਕਾਸ਼ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁੰਦਾ ਸੀ ਪਰ ਬਾਕੀ ਰਹੁ ਰੀਤ ਹਿੰਦੂ ਮੂਰਤੀ ਪੂਜਾ ਵਾਲੀ ਹੀ ਹੋ ਗਈ ਸੀ ਅਤੇ ਗੁਰਮਰਿਆਦਾ ਅਸਲੋਂ ਅਲੋਪ ਹੋ ਗਈ ਸੀ। ਮਹੰਤਾਂ ਦੀ 200 ਸਾਲ ਦੀ ਸੇਵਾ ਸੰਭਾਲ ਨੇ ਸਾਰੀਆਂ ਬ੍ਰਾਹਮਣੀ ਰੀਤਾਂ, ਵਰਣ ਵੰਡ, ਜਾਤ ਪਾਤ ਦੇ ਵਿਤਕਰੇ ਅਤੇ ਛੂਤ ਛਾਤ ਦਾ ਪ੍ਰਵੇਸ਼ ਗੁਰਦੁਆਰਿਆਂ ਵਿੱਚ ਕਰ ਦਿੱਤਾ। ਸਿੱਖ ਸੰਗਤ ਨੇ ਇਸ ਨੂੰ ਸਵੀਕਾਰ ਕਰ ਲਿਆ। ਫਰਕ ਸਿਰਫ ਇੰਨਾ ਸੀ ਕਿ ਮੂਰਤੀਆਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਪ੍ਰਕਾਸ਼ ਹੁੰਦਾ ਸੀ। ਦੂਸਰਾ, ਮਹੰਤਾਂ ਦਾ ਭ੍ਰਿਸ਼ਟਾਚਾਰ ਸਿਖਰਾਂ ਨੂੰ ਛੂਹਣ ਲੱਗਾ। ਗੁਰਦੁਆਰਿਆਂ ਦੀ ਜ਼ਮੀਨ ਜਾਇਦਾਦ ਮਹੰਤਾਂ, ਪੁਜਾਰੀਆਂ, ਉਹਨਾਂ ਦੇ ਗੁਰਭਾਈਆਂ ਅਤੇ ਚੇਲਿਆਂ ਨੇ ਆਪੋ ਵਿੱਚ ਵੰਡ ਲਈਆਂ ਅਤੇ ਕਬਜ਼ੇ ਕਰਕੇ ਖੁਰਦ-ਬੁਰਦ ਕੀਤੀਆਂ ਜਾਣ ਲੱਗੀਆਂ। ਉਦਾਹਰਣ ਵਜੋਂ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਦੀ ਕਈ ਹਜ਼ਾਰ ਕਿੱਲਾ ਜ਼ਮੀਨ ਦਾ ਮਾਲਕ ਇਕੱਲਾ ਮਹੰਤ ਨਾਰਾਇਣ ਦਾਸ ਹੀ ਨਹੀਂ ਸੀ। ਉਸ ਤੋਂ ਬਿਨਾਂ ਬਾਬਾ ਸਾਹਿਬ ਦਾਸ, ਲਾਭ ਦਾਸ, ਗੰਗਾ ਰਾਮ, ਆਤਮਾ ਰਾਮ, ਅਤਰਦਾਸ ਆਦਿ ਕਿੰਨੇ ਹੀ ਹੋਰ ਮਾਲਕ ਬਣੇ ਹੋਏ ਸਨ ਅਤੇ ਗੁਰਦੁਆਰੇ ਦੀ ਜ਼ਮੀਨ ਸਸਤੇ ਭਾਅ ਵੇਚੀ ਜਾ ਰਹੀ ਸੀ। ਸਿੱਖਾਂ ਵਿੱਚ ਜਾਗਰਤੀ ਆਉਣ ਨਾਲ ਵੱਖ-ਵੱਖ ਸਮੇਂ ਸੁਧਾਰ ਲਹਿਰਾਂ ਨੇ ਜਨਮ ਲਿਆ। ਸਿੰਘ ਸਭਾ ਲਹਿਰ 1873 ਈਸਵੀ ਵਿੱਚ ਆਪਣੀ ਵਿਸ਼ਾਲਤਾ ਕਰਕੇ ਪ੍ਰਭਾਵਸ਼ਾਲੀ ਹੋ ਨਿਬੜੀ ਅਤੇ ਸਿੱਖ ਗੁਰਦੁਆਰਿਆਂ ਦਾ ਕਬਜ਼ਾ ਲੈਣ ਦੀ ਲੋੜ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਨ ਲੱਗੇ। ਅੰਗਰੇਜ਼ ਹੁਕਮਰਾਨ ਹਾਲਤ ਵਿੱਚ ਆਈ ਤਬਦੀਲੀ ਨੂੰ ਬੜੀ ਨੀਝ ਨਾਲ ਦੇਖ ਰਹੇ ਸਨ। ਪੰਜਾਬ ਦੇ ਲੈਫਟੀਨੈਂਟ ਜਨਰਲ ਨੇ ਨਿਮਨਲਿਖਤ ਚਿੱਠੀ ਵਾਇਸਰਾਏ ਹਿੰਦ ਲਾਰਡ ਰਿਪਲ ਨੂੰ ਭੇਜੀ ਜਿਸ ਵਿੱਚ ਉਹ ਸਿੱਖਾਂ ਵੱਲੋਂ ਗੁਰਦੁਆਰਿਆਂ ਦੇ ਕਬਜ਼ੇ ਨੂੰ ਖਤਰਨਾਕ ਆਖ ਰਿਹਾ ਹੈ। ਉਹ ਲਿਖਦਾ ਹੈ, ਮੇਰੇ ਖਿਆਲ ਵਿੱਚ ਇਹ ਗੱਲ ਰਾਜਨੀਤਿਕ ਤੌਰ 'ਤੇ ਖਤਰਨਾਕ ਹੋਵੇਗੀ ਕਿ ਸਿੱਖ ਧਰਮ ਸਥਾਨਾਂ ਦਾ ਪ੍ਰਬੰਧ ਕਿਸੇ ਐਸੀ ਕਮੇਟੀ ਦੇ ਹੱਥ ਵਿੱਚ ਚਲਾ ਜਾਵੇ ਜਿਸ ਉੱਪਰ ਸਰਕਾਰ ਦਾ ਕੰਟਰੋਲ ਨਾ ਹੋਵੇ। ਮੈਨੂੰ ਭਰੋਸਾ ਹੈ ਕਿ ਹਜ਼ੂਰ ਵਾਇਸਰਾਏ ਸਾਹਿਬ ਇਸ ਸੰਬੰਧੀ ਐਸਾ ਹੁਕਮ ਜਾਰੀ ਕਰ ਦੇਣਗੇ ਜਿਸ ਦੁਆਰਾ ਪਿਛਲੇ 30 ਸਾਲਾਂ ਤੋਂ ਵੱਧ ਸਮੇਂ ਦਾ ਸਫਲਤਾਪੂਰਵਕ ਚੱਲ ਰਿਹਾ ਪ੍ਰਬੰਧ ਹੀ ਜਾਰੀ ਰਹਿ ਸਕੇ। ਸਥਾਨ ਸ਼ਿਮਲਾ, ਮਿਤੀ 8 ਅਗਸਤ 1881।
R.E. ਈਜ਼ਰਟਨ ਲੈਫਟੀਨੈਂਟ ਗਵਰਨਰ ਪੰਜਾਬ। ਯਾਦ ਰਹੇ, ਸਰਕਾਰ ਨੇ ਸਿਰਫ ਸਿੱਖ ਗੁਰਧਾਮਾਂ 'ਤੇ ਹੀ ਕਬਜ਼ਾ ਕੀਤਾ ਹੋਇਆ ਸੀ। ਹਿੰਦੂ ਅਤੇ ਮੁਸਲਮਾਨ ਕੌਮਾਂ ਦੇ ਧਰਮ ਅਸਥਾਨ ਪੂਰੀ ਤਰ੍ਹਾਂ ਸੁਤੰਤਰ ਸਨ। ਜਨਰਲ ਡਾਇਰ ਨੂੰ ਸਰੋਪਾ ਦੇਣ ਦੀ ਘਟਨਾ ਨਾਲ ਸਿੱਖਾਂ ਵਿੱਚ ਰੋਹ ਫੈਲ ਗਿਆ। ਪ੍ਰਮੁੱਖ ਆਗੂਆਂ ਦੀ ਹਾਜ਼ਰੀ ਵਿੱਚ ਸਿੱਖ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ 'ਤੇ 12/10/1920 ਨੂੰ ਕਬਜ਼ਾ ਕਰ ਲਿਆ। ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਜਥੇਦਾਰ ਤੇਜ ਸਿੰਘ ਭੁੱਚਰ ਦੇ ਹਵਾਲੇ ਕਰ ਦਿੱਤਾ ਗਿਆ। 15/11/1920 ਨੂੰ 175 ਮੈਂਬਰਾਂ ਦੀ ਇੱਕ ਕਮੇਟੀ ਬਣਾਈ ਗਈ, ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਦਿੱਤਾ ਗਿਆ। ਇਸ ਤੋਂ ਬਾਅਦ ਗੁਰਦੁਆਰਾ ਸੁਧਾਰ ਦਾ ਕੰਮ ਬਕਾਇਦਾ ਜਥੇਬੰਦਕ ਲਹਿਰ ਦੇ ਰੂਪ ਵਿੱਚ ਸ਼ੁਰੂ ਹੋ ਗਿਆ। ਮਹੰਤ ਅਤੇ ਪੁਜਾਰੀ ਵੀ ਚੁਕੰਨੇ ਹੋ ਗਏ। ਇਹਨਾਂ ਨੇ ਆਪਣੀ ਆਪਣੀ ਸ਼੍ਰੇਣੀ ਦੇ ਮੰਡਲ ਅਤੇ ਅਖਾੜੇ ਬਣਾ ਕੇ ਸ਼ਰਨ ਲੈਣ ਦੀ ਸੋਚੀ ਅਤੇ ਗੈਰ ਸਿੱਖ ਪ੍ਰੈਸ ਅਤੇ ਸੰਸਥਾਵਾਂ ਦੀ ਸਹਾਇਤਾ ਲੈਣ ਲਈ ਵੀ ਕੋਸ਼ਿਸ਼ਾਂ ਆਰੰਭ ਕਰ ਦਿੱਤੀਆਂ। ਨਨਕਾਣਾ ਸਾਹਿਬ 'ਚ ਮਹੰਤਾਂ ਨੇ ਇੱਕ ਵੱਡਾ ਇਕੱਠ ਕਰਕੇ ਉਦਾਸੀਨ ਮਹਾਮੰਡਲ ਬਣਾ ਕੇ ਮਹੰਤ ਨਾਰਾਇਣ ਦਾਸ ਨੂੰ ਉਸ ਦਾ ਪ੍ਰਧਾਨ ਬਣਾ ਦਿੱਤਾ। ਪ੍ਰੈਸ ਅਤੇ ਹੋਰ ਖਰਚਿਆਂ ਵਾਸਤੇ 60,000 ਰੁਪਏ ਇਕੱਠਾ ਕੀਤਾ ਗਿਆ। ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਦਾ ਪ੍ਰਬੰਧ ਮਹੰਤ ਸਾਧੂ ਰਾਮ ਦੇ ਸਮੇਂ ਤੋਂ ਹੀ ਬਦਨਾਮ ਹੋਣਾ ਸ਼ੁਰੂ ਹੋ ਗਿਆ ਸੀ। ਬਾਰ ਦੇ ਇਲਾਕੇ ਵਿੱਚ ਨਹਿਰਾਂ ਆ ਜਾਣ ਕਾਰਨ ਜੰਗਲ ਆਬਾਦ ਹੋ ਗਏ। ਜ਼ਮੀਨਾਂ ਦੀ ਕੀਮਤ ਅਤੇ ਆਮਦਨੀ ਵਿੱਚ ਬੇਹਿਸਾਬ ਵਾਧਾ ਹੋ ਗਿਆ। ਮਹੰਤਾਂ ਨੂੰ ਸੰਗਤ ਦੇ ਚੜ੍ਹਾਵੇ ਦੀ ਲੋੜ ਹੀ ਨਾ ਰਹੀ ਅਤੇ ਦੌਲਤ ਦੇ ਨਸ਼ੇ ਵਿੱਚ ਐਸ਼ ਪ੍ਰਸਤ ਹੋ ਗਏ। ਮਹੰਤ ਸਾਧੂ ਰਾਮ ਸ਼ਰਾਬ ਦੇ ਨਸ਼ੇ ਵਿੱਚ ਗੁੱਟ ਰਹਿੰਦਾ ਸੀ ਅਤੇ ਆਚਰਣਹੀਣ ਸੀ। ਅੰਤ ਖਤਰਨਾਕ ਬਿਮਾਰੀ ਨਾਲ ਚਲਾਣਾ ਕਰ ਗਿਆ। ਇਸ ਦੀ ਜਗ੍ਹਾ ਕਿਸ਼ਨ ਦਾਸ ਮਹੰਤ ਬਣਿਆ। ਉਹ ਇਸ ਤੋਂ ਵੀ ਅੱਗੇ ਵੱਧ ਗਿਆ। ਸ਼ਰਾਬੀ ਅਤੇ ਵਿਭਚਾਰੀ ਤਾਂ ਸੀ ਹੀ, ਇਸ ਨੇ ਆਪਣੇ ਭਤੀਜੇ ਰੂਲੀਆ ਰਾਮ ਦੇ ਵਿਆਹ ਅਤੇ ਗੁਰਦੁਆਰੇ ਅੰਦਰ ਕੰਜਰੀਆਂ ਦਾ ਨਾਚ ਕਰਵਾਇਆ ਅਤੇ ਸ਼ਰਾਬ ਪਿਲਾਈ। ਕੁਕਰਮਾਂ ਵਿੱਚ ਫਸਿਆ ਬਿਮਾਰ ਪੈ ਗਿਆ। ਲਾਹੌਰ ਇਲਾਜ ਕਰਾਉਂਦੇ ਸਮੇਂ ਆਖਰੀ ਸਾਹ 'ਤੇ ਸੀ ਤਾਂ ਇਸ ਦੇ ਚੇਲੇ ਨਾਰਾਇਣ ਦਾਸ ਨੇ ਇਸ ਦੀ ਜੇਬ ਵਿੱਚੋਂ ਚਾਬੀਆਂ ਕੱਢ ਲਈਆਂ ਅਤੇ ਨਨਕਾਣਾ ਸਾਹਿਬ ਆ ਕੇ ਮਹੰਤ ਬਣ ਗਿਆ। ਇਸ ਦੀਆਂ ਨੀਚਤਾ ਭਰੀਆਂ ਹਰਕਤਾਂ ਅਤੇ ਆਚਰਣਹੀਣਤਾ ਦੀ ਚਰਚਾ ਪੁਰਾਣੀ ਚੱਲਦੀ ਆ ਰਹੀ ਸੀ। ਇਸ ਨੇ ਮਰਾਸਣ ਘਰ ਵਸਾਈ ਹੋਈ ਸੀ। ਸਰਕਾਰੀ ਅਫਸਰਾਂ ਨਾਲ ਇਸ ਦਾ ਚੰਗਾ ਮੇਲ ਜੋਲ ਸੀ। ਉਹਨਾਂ ਦੀ ਸ਼ੈ 'ਤੇ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ। ਦਰਸ਼ਨ ਕਰਨ ਆਈਆਂ ਸੰਗਤਾਂ ਨਾਲ ਇਸ ਦੇ ਗੁੰਡੇ, ਸਾਧੂ, ਪੁਜਾਰੀ ਦੁਰਵਿਵਹਾਰ ਕਰਦੇ ਸਨ। ਗੁਰਮਤਿ ਪ੍ਰਚਾਰ ਕਰਨ 'ਤੇ ਪਾਬੰਦੀ ਲਗਾਈ ਹੋਈ। ਕਿਰਪਾਨਧਾਰੀ ਸਿੰਘਾਂ ਦੀਆਂ ਕਿਰਪਾਨਾਂ ਉਤਾਰ ਲਈਆਂ ਜਾਂਦੀਆਂ। 1917 ਈਸਵੀ ਦੇ ਦੌਰ ਵਿੱਚ ਇਸ ਨੇ ਜਨਮ ਅਸਥਾਨ ਦੇ ਅੰਦਰ ਸ਼ਰਾਬ ਦੇ ਦੌਰ ਚਲਾਏ ਅਤੇ ਵੇਸਵਾਵਾਂ ਦੇ ਨਾਚ ਕਰਵਾਏ। 1918 ਵਿੱਚ ਮਹੰਤ ਦੇ ਗੁੰਡੇ ਸਾਧਾਂ ਨੇ ਇੱਕ ਨਾਬਾਲਗ ਸਿੰਧੀ ਲੜਕੀ ਅਤੇ ਲਾਇਲਪੁਰ ਤੋਂ ਦਰਸ਼ਨ ਕਰਨ ਆਈਆਂ 6 ਬੀਬੀਆਂ ਦੀ ਬੇਪੱਤੀ ਕੀਤੀ। ਇਹ ਖਬਰ ਮਾਸਟਰ ਵਰਿਆਮ ਸਿੰਘ ਭੋਜੀਆਂ ਵਾਲੇ ਨੇ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਗੁਰਦੁਆਰਾ ਸੱਚਾ ਸੌਦਾ ਚੂਹੜਕਾਣੇ ਭੇਜੀਆਂ। ਉਹ ਜਥੇਦਾਰ ਦਾ ਸੂਹੀਆ ਸੀ। ਮਹੰਤ ਨਾਰਾਇਣ ਦਾਸ ਅਤੇ ਉਸ ਦੇ ਜੋਟੀਦਾਰ ਸਾਧਾਂ ਦੀਆਂ ਹਰਕਤਾਂ ਦੀ ਸੂਹ ਰੱਖਣ ਲਈ ਉਹ ਸਰਦਾਰ ਉੱਤਮ ਸਿੰਘ ਦੇ ਰੂੰ ਦੇ ਕਾਰਖਾਨੇ ਵਿੱਚ ਫਰਜ਼ੀ ਮੁਨਸ਼ੀ ਬਣ ਕੇ ਨਨਕਾਣਾ ਸਾਹਿਬ ਰਹਿੰਦਾ ਸੀ। ਮਹੰਤ ਨੇ ਗੁਰਦੁਆਰੇ ਨੂੰ ਕਿਲ੍ਹੇ ਦਾ ਰੂਪ ਦਿੱਤਾ ਹੋਇਆ ਸੀ। 5 ਫਰਵਰੀ 1921 ਦੇ ਆਰੰਭ ਵਿੱਚ ਹੀ ਉਸਨੇ 28 ਪਠਾਨ ਅਤੇ 20 ਰੁਪਏ ਦੀ ਤਲਬ 'ਤੇ ਗੁਰਦੁਆਰੇ ਦੇ ਅਹਾਤੇ ਅੰਦਰ ਰੱਖ ਲਏ ਸਨ ਅਤੇ ਮਾਝੇ ਦੇ ਕਈ ਭਗੌੜੇ ਕਾਤਲ ਵੀ ਮਹੰਤ ਨੇ ਹਿਫਾਜ਼ਤ ਲਈ ਰੱਖੇ ਹੋਏ ਸਨ, ਜਿਨ੍ਹਾਂ ਵਿੱਚ ਰਾਂਝਾ, ਰਿਹਾਨਾ ਅਤੇ ਮਾਛੀ ਵਰਗੇ ਖੂੰਖਾਰ ਕਾਤਲ ਵੀ ਸਨ। ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਹੋ ਰਹੀ ਸੀ। ਸਰਦਾਰ ਕਰਤਾਰ ਸਿੰਘ ਝੱਬਰ ਨੇ ਮੀਟਿੰਗ ਵਿੱਚ ਖੜ੍ਹੇ ਹੋ ਕੇ ਸਾਰੇ ਵਾਕਿਆਤ ਮੈਂਬਰਾਂ ਨੂੰ ਸੁਣਾਏ ਅਤੇ ਕਿਹਾ, ਖਾਲਸਾ ਜੀ ਇਤਨੇ ਅਪਰਾਧ ਅਤੇ ਘੋਰ ਪਾਪ ਮਹੰਤ ਕਰ ਰਿਹਾ ਹੈ। ਯਾਤਰੂ ਸਿੰਘਾਂ ਦੀ ਘੋਰ ਬੇਹੱਦਬੀ ਹੋ ਰਹੀ ਹੈ। ਕਮੇਟੀ ਨੇ ਪਾਸ ਕੀਤਾ ਹੋਇਆ ਹੈ ਕਿ ਗੁਰਦੁਆਰੇ 'ਤੇ ਕਬਜ਼ਾ ਕਰਨਾ ਹੋਵੇ ਤਾਂ ਆਗਿਆ ਲਈ ਜਾਵੇ। ਸੋ ਮੈਂ ਆਪ ਜੀ ਪਾਸੋਂ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਕਬਜ਼ਾ ਕਰਨ ਦੀ ਆਗਿਆ ਮੰਗਦਾ ਹਾਂ। ਮੈਂ ਆਪ ਜੀ ਪਾਸੋਂ ਇੱਕ ਪੈਸਾ ਨਹੀਂ ਮੰਗਦਾ, ਨਾ ਹੀ ਆਦਮੀ ਮੰਗਦਾ ਹਾਂ, ਕੇਵਲ ਆਗਿਆ ਬਖਸ਼ੋ। ਹੁਣ ਦੇਰੀ ਨਹੀਂ ਹੋਣੀ ਚਾਹੀਦੀ। ਇਹ ਕਹਿ ਕੇ ਝੱਬਰ ਬੈਠ ਗਿਆ। ਕੁਝ ਚਿਰ ਵਿਚਾਰ ਕਰਨ ਮਗਰੋਂ ਸ਼੍ਰੋਮਣੀ ਕਮੇਟੀ ਨੇ 4, 5 ਅਤੇ 6 ਮਾਰਚ 1921 ਨੂੰ ਨਨਕਾਣਾ ਸਾਹਿਬ ਪੰਥਕ ਇਕੱਠ ਕਰਨ ਦਾ ਫੈਸਲਾ ਕਰ ਦਿੱਤਾ। ਇਸ ਦਾ ਪ੍ਰਬੰਧ ਕਰਨ ਲਈ ਹੇਠ ਲਿਖੇ ਸਿੰਘਾਂ ਦੀ ਕਮੇਟੀ ਬਣਾਈ ਗਈ।
ਸਰਦਾਰ ਬੂਟਾ ਸਿੰਘ ਵਕੀਲ ਸ਼ੇਖੂਪੁਰਾ, ਸਰਦਾਰ ਤੇਜਾ ਸਿੰਘ ਸਮੁੰਦਰੀ, ਭਾਈ ਬੂਟਾ ਸਿੰਘ 204 ਚੱਕ ਵਾਲੇ, ਸਰਦਾਰ ਕਰਤਾਰ ਸਿੰਘ ਝੱਬਰ। ਅਸੀਂ ਸੰਗਤ ਨੂੰ ਇਸ ਜਗ੍ਹਾ ਦੱਸ ਦਿੰਦੇ ਹਾਂ ਕਿ ਗੁਰਦੁਆਰਾ ਸੁਧਾਰ ਲਹਿਰ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਬਣੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਗੁਰਦੁਆਰਾ ਸੁਧਾਰ ਲਹਿਰ ਦੇ ਦੌਰਾਨ ਹੀ ਹੋਂਦ ਵਿੱਚ ਆਇਆ। ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਵੱਲੋਂ ਜਾਰੀ ਕੀਤਾ ਗਿਆ ਪਹਿਲਾ ਐਲਾਨ ਪੜ੍ਹ ਕੇ ਮਹੰਤ ਨੇ 2 ਆਦਮੀ ਮਹੰਤ ਸੁੰਦਰਦਾਸ ਸ਼ਤਾਬਗੜ੍ਹ ਅਤੇ ਸੰਤ ਹਰੀਦਾਸ ਸੈਯਦ ਵਾਲੇ ਜਥੇਦਾਰ ਝੱਬਰ ਪਾਸ ਗੁਰਦੁਆਰਾ ਸੱਚਾ ਸੌਦਾ ਭੇਜੇ ਅਤੇ ਉਹਨਾਂ ਨੂੰ ਨਨਕਾਣਾ ਸਾਹਿਬ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਝੱਬਰ ਦਾ ਉੱਤਰ ਸੀ, ਇਹ ਗੱਲ ਕਦਾਚਿਤ ਨਹੀਂ ਹੋ ਸਕਦੀ। ਹਾਂ, ਇਹ ਹੋ ਸਕਦਾ ਹੈ ਜੇ ਮਹੰਤ ਗੁਰਦੁਆਰਾ ਪੰਥ ਨੂੰ ਦੇ ਦੇਵੇ ਤਾਂ ਮੈਂ ਮਹੰਤ ਨੂੰ ਬਚਾ ਸਕਦਾ ਹਾਂ। ਨਾਲ ਹੀ ਉਸ ਨੂੰ 1000-1500 ਰੁਪਏ ਮਹੀਨੇ ਦੀ ਤਨਖਾਹ, ਵੱਡਾ ਮਹਿਲ, ਮਾਲ ਵਾਲਾ ਤਬੇਲਾ ਅਤੇ ਹੋਰ ਵੀ ਬਹੁਤ ਕੁਝ ਦਵਾ ਸਕਦਾ ਹਾਂ। ਪਰ ਇਹ ਸਾਰੀ ਗੱਲ ਮਹੰਤ ਆਪ ਮੇਰੇ ਨਾਲ ਆ ਕੇ ਕਰੇ ਅਤੇ ਇਕਰਾਰ ਕਰੇ ਤਾਂ ਮੈਂ ਕਮੇਟੀ ਦੇ ਪੇਸ਼ ਕਰਾਂਗਾ। ਕੁਝ ਦਿਨਾਂ ਪਿੱਛੋਂ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਸੀ। ਜਥੇਦਾਰ ਝੱਬਰ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਿਹਾ ਸੀ ਕਿ ਮਹੰਤ ਸੁੰਦਰਦਾਸ ਉਸ ਨੂੰ ਬੁਲਾ ਕੇ ਲੈ ਗਿਆ ਅਤੇ ਲਾਹੌਰ ਮੇਲਾ ਰਾਮ ਦੇ ਤਲਾਬ ਦੇ ਚੁਬਾਰੇ ਵਿੱਚ ਮਹੰਤ ਨਾਲ ਅੱਧਾ ਘੰਟਾ ਗੱਲਬਾਤ ਹੋਈ। ਮਹੰਤ ਨੇ ਸ਼੍ਰੋਮਣੀ ਕਮੇਟੀ ਨੂੰ ਗੁਰਦੁਆਰਾ ਦੇਣਾ ਮੰਨ ਲਿਆ। ਜਦੋਂ ਝੱਬਰ ਗੱਲਬਾਤ ਕਰਕੇ ਬਾਹਰ ਆਇਆ ਤਾਂ ਰਾਂਝਾ ਅਤੇ ਰਿਹਾਨਾ ਬਾਹਰ ਬੰਦੂਕਾਂ ਲਈ ਖੜ੍ਹੇ ਸਨ। ਅਗਲੇ ਦਿਨ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਵਿੱਚ ਝੱਬਰ ਨੇ ਮਹੰਤ ਨਾਲ ਹੋਈ ਗੱਲਬਾਤ ਦੱਸੀ ਅਤੇ ਕਿਹਾ, ਮਹੰਤ ਸੁਲਾਹ ਕਰਨੀ ਚਾਹੁੰਦਾ ਹੈ। ਮਹੰਤ ਨਾਲ ਸੁਲਾਹ ਦੀ ਗੱਲ ਕਰਨ ਲਈ ਹੇਠ ਲਿਖੇ 5 ਸਿੰਘਾਂ ਦੀ ਕਮੇਟੀ ਬਣਾਈ ਗਈ। ਬਾਬਾ ਕੇਹਰ ਸਿੰਘ ਪੱਟੀ, ਪ੍ਰੋਫੈਸਰ ਜੋਧ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ, ਸਰਦਾਰ ਬੂਟਾ ਸਿੰਘ ਵਕੀਲ ਸ਼ੇਖੂਪੁਰਾ, ਸਰਦਾਰ ਤੇਜਾ ਸਿੰਘ ਸਮੁੰਦਰੀ, ਸਰਦਾਰ ਕਰਤਾਰ ਸਿੰਘ ਝੱਬਰ। 7, 8, 9 ਫਰਵਰੀ ਨੂੰ ਗੁਰਦੁਆਰਾ ਸੱਚਾ ਸੌਦਾ ਵਿਖੇ ਸਾਲਾਨਾ ਜੋੜ ਮੇਲਾ ਸੀ। ਮਹੰਤਾਂ ਨੂੰ ਸੱਚੇ ਸੌਦੇ ਆ ਕੇ ਗੱਲ ਕਰਨ ਲਈ ਚਿੱਠੀ ਲਿਖੀ ਗਈ। ਮਹੰਤ ਆਪ ਤਾਂ ਨਾ ਆਇਆ, ਪਰ 9 ਫਰਵਰੀ ਨੂੰ ਸਰਦਾਰ ਸਾਹਿਬ ਸਿੰਘ ਮਾਨ ਅਤੇ ਦੇਵੀ ਦਿਆਲ ਨਨਕਾਣਾ ਸਾਹਿਬ ਵਾਲੇ ਪਾਸ ਸੁਨੇਹਾ ਭੇਜਿਆ ਕਿ ਮੈਂ ਇੱਥੇ ਨਹੀਂ ਆਉਣਾ, ਮੇਰੇ ਨਾਲ ਗੱਲਬਾਤ ਕਿਸੇ ਸ਼ਹਿਰ ਵਿੱਚ ਕਰੋ। ਲਿਹਾਜ਼ਾ ਮੀਟਿੰਗ 14/2/1921 ਨੂੰ ਸ਼ੇਖੂਪੁਰੇ ਸਰਦਾਰ ਬੂਟਾ ਸਿੰਘ ਦੇ ਘਰ ਰੱਖੀ ਗਈ। ਮਹੰਤ ਉੱਥੇ ਵੀ ਨਾ ਆਇਆ ਅਤੇ ਸੁਨੇਹਾ ਭੇਜਿਆ ਕਿ ਲਾਹੌਰ ਆ ਕੇ ਗੱਲ ਕਰੋ। ਜਥੇਦਾਰ ਝੱਬਰ ਅਤੇ ਸਰਦਾਰ ਬੂਟਾ ਸਿੰਘ ਲਾਹੌਰ ਲਾਇਲ ਗਜ਼ਟ ਅਖਬਾਰ ਦੇ ਦਫ਼ਤਰ ਪਹੁੰਚੇ। ਮਹੰਤ ਉੱਥੇ ਵੀ ਨਾ ਆਇਆ, ਪਰੰਤੂ ਝੱਬਰ ਦਾ ਸੂਹੀਆ ਸਰਦਾਰ ਅਵਤਾਰ ਸਿੰਘ, ਜੋ ਸ਼ਰੀਕ 'ਚ ਉਸ ਦਾ ਭਤੀਜਾ ਲੱਗਦਾ ਸੀ ਅਤੇ ਮਹੰਤ ਪਾਰਟੀ ਦੇ ਨਾਲ ਰਹਿੰਦਾ ਸੀ, ਆ ਗਿਆ। ਉਸਨੇ ਖਬਰ ਦਿੱਤੀ ਕਿ ਮਹੰਤ ਨੇ 14-15 ਫਰਵਰੀ ਦੀ ਰਾਤ ਨੂੰ ਗੁਪਤ ਮੀਟਿੰਗ ਕੀਤੀ ਸੀ, ਜਿਸ ਵਿੱਚ 4-5 ਮਹੰਤ ਅਤੇ 4-5 ਮਾਝੇ ਦੇ ਜ਼ਿਮੀਂਦਾਰ ਸ਼ਾਮਲ ਸਨ। ਮਹੰਤ ਨੇ ਮਾਝੇ ਦੇ ਬਦਮਾਸ਼ਾਂ ਨੂੰ 1.5 ਲੱਖ ਰੁਪਏ ਦੇਣੇ ਕੀਤੇ ਹਨ। ਉਹ 12 ਭਗੌੜੇ ਕਾਤਲ ਲੈ ਕੇ 6 ਮਾਰਚ ਨੂੰ ਨਨਕਾਣਾ ਸਾਹਿਬ ਪੁੱਜਣਗੇ ਅਤੇ ਸਾਰਿਆਂ ਨੂੰ ਕਤਲ ਕਰਕੇ ਭੱਜ ਜਾਣਗੇ। ਮਹੰਤ ਦੇ ਆਦਮੀ ਫੜ ਲਓ ਮਾਰ ਗਏ ਕਹਿੰਦੇ ਉਹਨਾਂ ਦਾ ਪਿੱਛਾ ਕਰਨਗੇ। ਉੱਧਰ 6 ਮਾਰਚ ਤੱਕ ਮਹੰਤ ਸੁਲ੍ਹਾ ਦੀ ਗੱਲ ਵੀ ਕਰਦਾ ਰਹੇਗਾ। ਸਰਦਾਰ ਅਵਤਾਰ ਸਿੰਘ ਨੇ ਇੱਕ ਹੋਰ ਖਬਰ ਦਿੱਤੀ ਕਿ ਮਹੰਤ ਨਾਰਾਇਣ ਦਾਸ ਅਤੇ ਹੋਰ ਮਹੰਤਾਂ ਨੇ 50,000 ਰੁਪਏ ਲਾਹੌਰ ਦੇ ਕਮਿਸ਼ਨਰ ਮਿਸਟਰ ਕਿੰਗ ਨੂੰ ਦਿੱਤੇ ਹਨ ਅਤੇ ਉਸਨੇ ਹਰ ਤਰ੍ਹਾਂ ਦੀ ਮਦਦ ਦਾ ਲਿਖਤੀ ਭਰੋਸਾ ਦਿੱਤਾ ਹੈ। ਕਮਿਸ਼ਨਰ ਨੇ ਫੌਜਦਾਰੀ ਅਦਾਲਤ ਰਾਹੀਂ ਗੁਰਦੁਆਰੇ ਅਤੇ ਹੋਰ ਜਾਇਦਾਦ ਸੁਰੱਖਿਅਤ ਕਰਨ ਦੀ ਸਲਾਹ ਵੀ ਉਹਨਾਂ ਨੂੰ ਦਿੱਤੀ ਸੀ। ਸਰਕਾਰੀ ਵਕੀਲ ਸਰਦਾਰ ਮਹਿਤਾਬ ਸਿੰਘ ਨੇ ਝੱਬਰ ਨੂੰ ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ 'ਤੇ ਕਬਜ਼ਾ ਕਰਨ ਨੂੰ ਕਿਹਾ। ਉਸ ਨੂੰ ਖਦਸ਼ਾ ਸੀ ਕਿ ਸਰਕਾਰ ਜਥੇਦਾਰ ਝੱਬਰ ਨੂੰ ਗ੍ਰਿਫਤਾਰ ਕਰ ਲਵੇਗੀ। ਇਹਨਾਂ ਖਬਰਾਂ ਨੇ ਜਥੇਦਾਰ ਝੱਬਰ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਲਈ ਫੈਸਲਾ ਲੈਣ ਦੀ ਘੜੀ ਆਣ ਪਹੁੰਚੀ। ਉਹ ਉਸੇ ਵੇਲੇ ਗੱਡੀ ਫੜ ਕੇ ਝੂੜਕਾਣੇ ਪੁੱਜਾ ਅਤੇ ਆਪਣੇ ਜਥੇ ਦੇ ਮੁਖੀ ਸਿੰਘਾਂ ਨੂੰ ਸਾਰੀ ਗੱਲ ਦੱਸੀ। 19-20 ਫਰਵਰੀ ਨੂੰ ਲਾਹੌਰ ਵਿੱਚ ਸਨਾਤਨ ਸਿੱਖ ਕਾਨਫਰੰਸ ਹੋਣੀ ਸੀ। ਮਹੰਤ ਨਾਰਾਇਣ ਦਾਸ ਨੇ ਇਸ ਵਿੱਚ ਸ਼ਾਮਲ ਹੋਣਾ ਸੀ। ਝੱਬਰ ਵੱਲੋਂ ਜਥੇ ਨਾਲ ਵਿਚਾਰ ਕਰਕੇ 20 ਫਰਵਰੀ ਨੂੰ ਗੁਰਦੁਆਰਾ ਜਨਮ ਸਥਾਨ 'ਤੇ ਕਬਜ਼ਾ ਕਰਨ ਦੀ ਸਕੀਮ ਬਣਾਈ ਗਈ। ਇਸ ਦੀ ਸਲਾਹ ਖਾਲਸਾ ਦੀਵਾਨ ਦੇ ਮੁਖੀਆਂ ਭਾਈ ਲਛਮਣ ਸਿੰਘ, ਟਹਿਲ ਸਿੰਘ ਅਤੇ ਲਾਇਲਪੁਰ ਤੋਂ ਭਾਈ ਬੂਟਾ ਸਿੰਘ ਤੇ ਸੰਤ ਤੇਜਾ ਸਿੰਘ ਨਾਲ ਕਰਕੇ ਫੈਸਲਾ ਹੋਇਆ ਕਿ 20 ਫਰਵਰੀ 1921 ਨੂੰ
4-5 ਹਜ਼ਾਰ ਦਾ ਜਥਾ ਲੈ ਕੇ ਨਨਕਾਣਾ ਸਾਹਿਬ ਦੇ ਨੇੜੇ ਭੱਠਿਆਂ 'ਤੇ ਸਵੇਰੇ 4 ਵਜੇ ਪੁੱਜਿਆ ਜਾਵੇ ਅਤੇ 5 ਵਜੇ ਸਵੇਰੇ ਗੁਰਦੁਆਰਾ ਸਾਹਿਬ ਅੰਦਰ ਪ੍ਰਵੇਸ਼ ਕੀਤਾ ਜਾਵੇ। ਇਸ ਪ੍ਰੋਗਰਾਮ ਨੂੰ ਸ਼੍ਰੋਮਣੀ ਕਮੇਟੀ ਤੋਂ ਗੁਪਤ ਰੱਖਿਆ ਗਿਆ। 6 ਮਾਰਚ ਦੇ ਪ੍ਰਸਤਾਵ ਇਕੱਠ ਸਨਮੁਖ ਕਮੇਟੀ ਨੇ ਇਹਨਾਂ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਸੀ ਦੇਣੀ। ਮਾਸਟਰ ਤਾਰਾ ਸਿੰਘ ਅਤੇ ਤੇਜਾ ਸਿੰਘ ਸਮੁੰਦਰੀ ਲਾਇਲਪੁਰ ਗਏ ਹੋਏ ਸਨ। ਉਹਨਾਂ ਨੂੰ ਇਸ ਸਕੀਮ ਦਾ ਪਤਾ ਲੱਗ ਗਿਆ। ਵਾਪਸੀ 'ਤੇ ਚੂਹੜਕਾਣੇ ਤੋਂ ਲੰਘਦੇ ਹੋਏ ਉਹਨਾਂ ਨੇ ਸੁੱਚਾ ਸਿੰਘ ਜੈ ਚੱਕ ਵਾਲੇ ਹੱਥੀਂ ਝੱਬਰ ਨੂੰ ਸੁਨੇਹਾ ਭੇਜਿਆ ਕਿ ਉਹ ਗੁਰਦੁਆਰੇ ਦਾ ਕਬਜ਼ਾ ਲੈਣ ਲਈ ਜਥਾ ਲੈ ਕੇ ਨਨਕਾਣਾ ਸਾਹਿਬ ਨਾ ਜਾਵੇ। ਲਾਹੌਰ ਜਾ ਕੇ ਉਹਨਾਂ ਨੇ ਇਸੇ ਕੰਮ ਲਈ ਭਾਈ ਦਲੀਪ ਸਿੰਘ ਅਤੇ ਜਸਵੰਤ ਸਿੰਘ ਝਬਾਲ ਨੂੰ ਚੂਹੜਕਾਣੇ ਭੇਜਿਆ। ਉਸ ਸਮੇਂ ਤੱਕ ਇਲਾਕੇ ਤੋਂ ਤਕਰੀਬਨ 3000 ਸਿੰਘ ਉੱਥੇ ਪੁੱਜ ਚੁੱਕੇ ਸਨ। ਸੰਤ ਤੇਜਾ ਸਿੰਘ ਜੀ ਲਾਇਲਪੁਰੀ 60 ਸਿੰਘਾਂ ਦਾ ਜਥਾ ਲੈ ਕੇ ਪੁੱਜੇ ਹੋਏ ਸਨ। ਭਾਈ ਦਲੀਪ ਸਿੰਘ ਨੇ ਜਥੇਦਾਰ ਝੱਬਰ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮੰਨਿਆ। ਜਥਾ ਚਾਲੇ ਪਾਉਣ ਲਈ ਤਿਆਰ ਸੀ। ਜਦੋਂ ਝੱਬਰ ਤੁਰਨ ਲੱਗਾ ਤਾਂ ਸੰਤ ਤੇਜਾ ਸਿੰਘ ਜੀ ਕਹਿਣ ਲੱਗੇ, ਝੱਬਰ ਸਾਹਿਬ, ਜੇ ਤੁਸੀਂ ਸ਼੍ਰੋਮਣੀ ਪੰਥਕ ਜਥੇਬੰਦੀ ਦੇ ਹੁਕਮ ਦੀ ਉਲੰਘਣਾ ਕਰਕੇ ਜਥਾ ਲੈ ਕੇ ਨਨਕਾਣਾ ਸਾਹਿਬ ਜਾਂਦੇ ਹੋ ਤਾਂ ਤੁਸੀਂ ਗੁਰੂ ਅਤੇ ਪੰਥ ਦੇ ਦੇਣਦਾਰ ਹੋਵੋਗੇ। ਝੱਬਰ ਲਈ ਇਹ ਆਖਰੀ ਸਹੁੰ ਸੀ। ਉਹ ਕਹਿਣ ਲੱਗਿਆ, ਮੇਰਾ ਦਿਲ ਨਹੀਂ ਮੰਨਦਾ, ਫਿਰ ਵੀ ਮੈਂ ਤੁਹਾਡਾ ਹੁਕਮ ਛਾਤੀ 'ਤੇ ਰੱਖ ਕੇ ਮੰਨਦਾ ਹਾਂ। ਅਸੀਂ ਨਹੀਂ ਜਾਵਾਂਗੇ, ਪਰ ਜੇ ਜਥੇਦਾਰ ਲਛਮਣ ਸਿੰਘ ਜਾਂ ਕੋਈ ਹੋਰ ਸਿੰਘ ਨਨਕਾਣਾ ਸਾਹਿਬ ਪੁੱਜ ਗਏ ਤਾਂ ਪਤਾ ਨਹੀਂ ਕੀ ਹੋਵੇਗਾ। ਭਾਈ ਦਲੀਪ ਸਿੰਘ ਨੇ ਹੋਰ ਜਥਿਆਂ ਨੂੰ ਰੋਕਣ ਦੀ ਜ਼ਿੰਮੇਵਾਰੀ ਲੈ ਲਈ। ਅਖੀਰ ਜਥੇਦਾਰ ਝੱਬਰ ਨੂੰ ਜਥਿਆਂ ਨੂੰ ਰੋਕਣ ਲਈ ਚਿੱਠੀਆਂ ਲਿਖ ਦਿੱਤੀਆਂ, ਜਿਨ੍ਹਾਂ 'ਤੇ ਭਾਈ ਦਲੀਪ ਸਿੰਘ, ਜਸਵੰਤ ਸਿੰਘ ਝਬਾਲ ਆਦਿ 6 ਸਿੰਘਾਂ ਦੇ ਦਸਤਖਤ ਸਨ। ਦਲੀਪ ਸਿੰਘ ਸਮੇਤ 4 ਘੋੜਸਵਾਰ ਜਥਿਆਂ ਨੂੰ ਰੋਕਣ ਲਈ ਤੁਰ ਪਏ। ਉੱਧਰ ਭਾਈ ਲਛਮਣ ਸਿੰਘ 19 ਫਰਵਰੀ ਰਾਤੀਂ 8 ਵਜੇ 22 ਸਿੰਘ ਸਿੰਘਣੀਆਂ ਦਾ ਜਥਾ ਲੈ ਕੇ ਆਪਣੇ ਪਿੰਡ ਧਾਰੋਵਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਰਦਾਸਾ ਸੋਧ ਕੇ ਅਤੇ ਹੁਕਮ ਲੈ ਕੇ ਨਿਜ਼ਾਮਪੁਰ ਦੇਵਾ ਸਿੰਘ ਵਾਲਾ ਨੂੰ ਤੁਰ ਪਏ। ਇੱਥੇ ਇਹਨਾਂ ਨਾਲ ਭਾਈ ਟਹਿਲ ਸਿੰਘ ਅਤੇ ਹੋਰ ਸਾਥੀ ਆ ਮਿਲੇ। ਰਸਤੇ ਵਿੱਚ ਥਾਂ ਥਾਈਂ ਹੋਰ ਸਿੰਘ ਜਥੇ ਨਾਲ ਰਲਦੇ ਗਏ ਅਤੇ ਜਥਾ ਸੋਲਣ ਪਹੁੰਚ ਗਿਆ। ਇੱਥੋਂ ਚੰਦਰਕੋਟ ਦੀ ਢਾਲ 2 ਮੀਲ ਦੀ ਦੂਰੀ 'ਤੇ ਸੀ, ਜਿੱਥੇ ਇਸ ਜਥੇ ਨੇ ਜਥੇਦਾਰ ਝੱਬਰ ਦੇ ਜਥੇ ਨਾਲ ਮਿਲਣਾ ਸੀ। ਇਹ ਜਥਾ ਚੰਦਰਕੋਟ ਦੀ ਝਾਲ ਦੀ ਬਜਾਏ ਸਿੱਧਾ ਨਨਕਾਣਾ ਸਾਹਿਬ ਵੱਲ ਚੱਲ ਪਿਆ। 2 ਸਿੰਘ ਚੰਦਰਕੋਟ ਨੂੰ ਭੇਜ ਦਿੱਤੇ ਕਿ ਝੱਬਰ ਦੇ ਜਥੇ ਦਾ ਪਤਾ ਕਰ ਆਉਣ। ਇਹਨਾਂ ਨੇ ਉਸ ਜਥੇ ਦੀ ਉਡੀਕ ਨਾ ਕੀਤੀ। ਨਨਕਾਣਾ ਸਾਹਿਬ ਇੱਥੋਂ 5 ਮੀਲ ਦੂਰੀ 'ਤੇ ਸੀ। ਜਦੋਂ ਇਹ ਜਥਾ ਨਨਕਾਣਾ ਸਾਹਿਬ ਦੀ ਹੱਦ 'ਤੇ ਪਹੁੰਚਿਆ ਤਾਂ ਸਭ ਨੇ ਸਰਬਸੰਮਤੀ ਨਾਲ ਭਾਈ ਲਛਮਣ ਸਿੰਘ ਨੂੰ ਆਪਣਾ ਜਥੇਦਾਰ ਚੁਣ ਲਿਆ। ਇੱਥੇ ਫਿਰ ਜਥੇਦਾਰ ਨੇ ਸਾਰਿਆਂ ਪਾਸੋਂ ਹੱਥ ਚੁੱਕ ਕੇ ਅਤੇ ਹੱਥ ਨਾ ਚੁੱਕਣ ਅਤੇ ਸ਼ਾਂਤਮਈ ਰਹਿ ਕੇ ਸ਼ਹੀਦੀਆਂ ਪ੍ਰਾਪਤ ਕਰਨ ਦਾ ਪ੍ਰਣ ਲਿਆ। ਭਾਈ ਦਲੀਪ ਸਿੰਘ ਅਤੇ ਉਸਦੇ ਸਾਥੀ ਘੋੜਸਵਾਰਾਂ ਨੇ ਜੋ ਜਥਿਆਂ ਨੂੰ ਰੋਕਣ ਵਾਸਤੇ ਗਏ ਸਨ, ਬਾਕੀ ਜਥੇ ਦਾ ਵਾਪਸ ਕਰ ਦਿੱਤੇ, ਪਰ ਭਾਈ ਲਛਮਣ ਸਿੰਘ ਦਾ ਜਥਾ ਉਹਨਾਂ ਨੂੰ ਕਿਧਰੇ ਨਾ ਮਿਲਿਆ। ਉਹ ਚੰਦਰਕੋਟ ਪੁੱਜੇ, ਉੱਥੇ ਵੀ ਕੋਈ ਜਥਾ ਨਹੀਂ ਸੀ। ਆਖਰ ਤੱਕ ਹਾਰ ਕੇ ਤੜਕਸਾਰ ਭਾਈ ਦਲੀਪ ਸਿੰਘ ਜੀ ਨਨਕਾਣਾ ਸਾਹਿਬ ਭਾਈ ਉੱਤਮ ਤੇ ਸਿੰਘ ਦੇ ਕਾਰਖਾਨੇ ਜਾ ਪੁੱਜੇ। ਭਾਈ ਵਰਿਆਮ ਸਿੰਘ ਭੋਜੀਆਂ ਵਾਲੇ ਨੂੰ ਚਿੱਠੀ ਦੇ ਕੇ ਭਾਈ ਲਛਮਣ ਸਿੰਘ ਦੇ ਜਥੇ ਨੂੰ ਲੱਭ ਕੇ ਰੋਕਣ ਲਈ ਭੇਜਿਆ। ਭਾਈ ਸਾਹਿਬ ਦਾ ਜਥਾ ਕੋਟ ਦਰਬਾਰ ਵਾਲੀ ਸੜਕ 'ਤੇ ਗੁਰਦੁਆਰਾ ਜਨਮ ਸਥਾਨ ਵੱਲ ਆ ਰਿਹਾ ਸੀ। ਇੱਥੇ ਜਥੇਦਾਰ ਭਾਈ ਲਛਮਣ ਸਿੰਘ ਜੀ ਨੇ ਸੰਖੇਪ ਸ਼ਬਦਾਂ ਵਿੱਚ ਅਰਦਾਸਾ ਸੋਧਿਆ। ਗੁਰੂ ਨਾਨਕ ਤੇਰੇ ਦਰ ਦੇ ਕੂਕਰ ਤੇਰੇ ਦਰਸ਼ਨਾਂ ਨੂੰ ਆਏ ਹਾਂ ਅਤੇ ਤੇਰੇ ਦਰਬਾਰ ਅੰਦਰ ਹੋ ਰਹੀਆਂ ਕੁਰੀਤੀਆਂ ਨੂੰ ਆਪਣੇ ਖੂਨ ਨਾਲ ਧੋਣ ਦਾ ਇਰਾਦਾ ਧਾਰਿਆ ਹੈ। ਤੂੰ ਬਲ ਬਖਸ਼ ਕੇ ਅਸੀਂ ਆਪਣੇ ਇਰਾਦੇ ਵਿੱਚ ਸਫਲ ਹੋਈਏ ਅਤੇ ਇਹ ਮਿੱਟੀ ਦੀਆਂ ਮੜੋਲੀਆਂ ਤੇਰੇ ਚਰਨਾਂ ਵਿੱਚ ਲੱਗ ਜਾਣ। ਜਥਾ ਅੱਗੇ ਵਧਣ ਵਾਲਾ ਹੀ ਸੀ ਕਿ ਭਾਈ ਵਰਿਆਮ ਸਿੰਘ ਨੇ ਜਥਾ ਰੋਕਣ ਵਾਲੀ ਚਿੱਠੀ ਜਥੇਦਾਰ ਦੇ ਹੱਥ ਦੇ ਦਿੱਤੀ। ਇਹ ਵੀ ਦੱਸਿਆ ਕਿ ਬਾਕੀ ਜਥੇ ਰੁਕ ਗਏ ਹਨ। ਇਸ ਚਿੱਠੀ ਨੇ ਜਥੇ ਨੂੰ ਦੁਚਿੱਤੀ ਵਿੱਚ ਪਾ ਦਿੱਤਾ। ਪ੍ਰਭਾਤ ਦੀ ਲੋਅ ਸਾਹਮਣੇ ਸੀ। ਵਕਤ ਬਹੁਤ ਥੋੜ੍ਹਾ ਹੋਣ ਕਰਕੇ ਵਿਚਾਰ ਕਰਨ ਲਈ ਸਮਾਂ ਨਹੀਂ ਸੀ, ਨਾ ਹਾਲਾਤ ਸੀ। ਇੱਕ ਪਾਸੇ ਸ਼੍ਰੋਮਣੀ ਕਮੇਟੀ ਅਤੇ ਪੰਥ ਦਾ ਨਾਂ ਜਾਣ ਦਾ ਹੁਕਮ ਸੀ, ਦੂਜੇ ਪਾਸੇ ਹੋ ਚੁੱਕੇ ਅਰਦਾਸੇ ਅਤੇ ਕੀਤੇ ਬਚਨਾਂ ਦਾ ਸਤਿਕਾਰ ਸੀ। ਤੀਜੇ ਗੁਰਦੁਆਰੇ ਦੀ ਪਵਿੱਤਰਤਾ ਕਾਇਮ ਰੱਖਣ ਲਈ ਜ਼ਿੰਦਗੀ ਲਾ ਦੇਣ ਅਤੇ ਸ਼ਹੀਦਾਂ ਦੀ ਕਤਾਰ ਵਿੱਚ ਖੜ੍ਹੇ ਹੋਣ ਦੀ ਤੀਖਣ ਲਾਲਸਾ ਸੀ। ਅਜਿਹੇ ਸਮੇਂ ਮਨੁੱਖੀ ਮਨ ਦੀ ਸੋਚ ਨਹੀਂ, ਅੰਦਰਲੀ ਰੂਹ ਹੀ ਕਿਸੇ ਫੈਸਲੇ 'ਤੇ ਪੁੱਜਣ ਦੇ ਸਮਰੱਥ ਹੋਇਆ ਕਰਦੀ ਹੈ।
ਇਹ ਧੂ ਭਾਵੇਂ ਸਾਰੇ ਸਿੰਘਾਂ ਵਿੱਚ ਹੀ ਮੌਜੂਦ ਸੀ, ਪਰ ਭਾਈ ਟਹਿਲ ਸਿੰਘ ਦੇ ਅੰਦਰੋਂ ਉਛਲ ਕੇ ਵਹਿ ਰਹੀ ਸੀ। ਭਾਈ ਜੀ ਬੋਲ ਉੱਠੇ, ਖਾਲਸਾ ਜੀ, ਹੁਣ ਸੋਚਣ ਦਾ ਸਮਾਂ ਨਹੀਂ। ਅਸੀਂ ਆਪਣੀਆਂ ਜ਼ਿੰਦਗੀਆਂ ਗੁਰਦੁਆਰੇ ਦੀ ਖਾਤਰ ਲਗਾ ਦੇਣ ਦਾ ਵਚਨ ਕਰ ਚੁੱਕੇ ਹਾਂ। ਇਹੋ ਇਰਾਦਾ ਘਰੋਂ ਲੈ ਕੇ ਤੁਰੇ ਸਾਂ ਅਤੇ ਇਹੋ ਅਰਦਾਸ ਤੁਸਾਂ ਹੁਣੇ ਕੀਤੀ ਹੈ। ਨਨਕਾਣਾ ਸਾਹਿਬ ਸ਼ਹੀਦ ਹੋਣਾ ਹੈ। ਕੀਤੇ ਬਚਨਾਂ ਤੋਂ ਫਿਰਨਾ ਸੂਰਮਿਆਂ ਦਾ ਕੰਮ ਨਹੀਂ। ਮੈਂ ਵਾਪਸ ਨਹੀਂ ਜਾਵਾਂਗਾ। ਕੋਈ ਮੇਰੇ ਨਾਲ ਤੁਰੇ ਜਾਂ ਨਾ ਤੁਰੇ, ਮੈਂ ਤਾਂ ਸਿੱਧਾ ਗੁਰਦੁਆਰਾ ਸਾਹਿਬ ਜਾਵਾਂਗਾ ਅਤੇ ਜੇਕਰ ਮੇਰੇ ਭਾਗਾਂ ਵਿੱਚ ਹੋਈ ਤਾਂ ਸ਼ਹੀਦੀ ਪ੍ਰਾਪਤ ਕਰਾਂਗਾ। ਹੁਣ ਕੋਈ ਵੀ ਸਿੰਘ ਰੁਕਣ ਨੂੰ ਤਿਆਰ ਨਹੀਂ ਸੀ। ਸਾਰੇ ਵਾਹੋ ਦਾਹੀ ਗੁਰਦੁਆਰਾ ਸਾਹਿਬ ਨੂੰ ਹੋ ਤੁਰੇ। ਚੌਧਰੀ ਪਾਲ ਸਿੰਘ ਨੇ ਇਸੇ ਸਮੇਂ ਭਾਈ ਲਛਮਣ ਸਿੰਘ ਨੂੰ ਜੱਫਾ ਮਾਰ ਕੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਰੋਕ ਨਾ ਸਕਿਆ। ਉਸ ਨੂੰ ਪਿੱਛੇ ਧੱਕ ਕੇ ਜਥੇਦਾਰ ਸਾਰੇ ਜਥੇ ਸਮੇਤ ਦਰਸ਼ਨੀ ਡੋਹੜੀ ਦੇ ਰਸਤੇ ਗੁਰਦੁਆਰੇ ਅੰਦਰ ਜਾ ਦਾਖਲ ਹੋਇਆ। ਜਥੇਦਾਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਅਤੇ ਬਾਕੀ ਸਿੰਘ ਦਰਬਾਰ ਵਿੱਚ ਬੈਠ ਗਏ। ਆਸਾ ਜੀ ਕੀ ਵਾਰ ਦਾ ਪਾਠ ਆਰੰਭ ਕਰ ਦਿੱਤਾ। ਮਹੰਤ ਨਾਰਾਇਣ ਦਾਸ ਮਹਿਮਾਨ ਖਾਨੇ ਦੇ ਚੁਬਾਰੇ ਵਿੱਚੋਂ ਇਹ ਸਭ ਦੇਖ ਰਿਹਾ ਸੀ। ਉਸਨੇ ਆਪਣੇ ਆਦਮੀਆਂ, ਰਾਂਝਾ, ਰਿਹਾਨਾ, ਮਾਚੀ ਅਤੇ ਪਠਾਣਾਂ ਨੂੰ ਮਿਥੀ ਹੋਈ ਕਾਰਵਾਈ ਕਰਨ ਦਾ ਹੁਕਮ ਦਿੱਤਾ। ਉਹਨਾਂ ਨੇ ਮਕਾਨਾਂ ਦੀਆਂ ਛੱਤਾਂ ਉੱਤੋਂ ਸਿੰਘਾਂ 'ਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ। ਪਲਾਂ ਵਿੱਚ ਹੀ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਜਾਂ ਫੱਟੜ ਹੋ ਗਏ। ਫਿਰ ਮਹੰਤ ਦੇ ਆਦਮੀ ਬੰਦੂਕਾਂ, ਟਾਕੂਏ, ਛਵੀਆਂ, ਬਰਛੀ ਆਦਿ ਨਾਲ ਹੇਠਾਂ ਉਤਰੇ ਅਤੇ ਸਾਰੇ ਸਿੰਘਾਂ ਦੀ ਬਹੁਤ ਬੇਰਹਿਮੀ ਨਾਲ ਕੱਟ ਵੱਢ ਕੀਤੀ। ਸਿੰਘ ਸਾਰਾ ਸਮਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਰਹੇ। 9 ਗੋਲੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਵੱਜੀਆਂ। ਚਸ਼ਮਦੀਦ ਗਵਾਹ ਮੰਗਲਦਾਸ ਨਨਕਾਣਾ ਨਿਵਾਸੀ ਅਨੁਸਾਰ ਜਦੋਂ ਗੋਲੀ ਚੱਲ ਰਹੀ ਸੀ ਤਾਂ ਭਾਈ ਟਹਿਲ ਸਿੰਘ ਉੱਚੀ ਆਵਾਜ਼ ਵਿੱਚ ਕਹਿ ਰਿਹਾ ਸੀ, ਖਾਲਸਾ ਜੀ, ਹੱਥ ਨਹੀਂ ਚੁੱਕਣਾ, ਸ਼ਾਂਤਮਈ ਰਹਿਣਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਯਾਦ ਕਰਦਿਆਂ ਸ਼ਹੀਦੀਆਂ ਪਾਉਣੀਆਂ ਹਨ। ਭਾਈ ਵਰਿਆਮ ਸਿੰਘ ਜੀ ਜਥੇਦਾਰ ਲਛਮਣ ਸਿੰਘ ਜੀ ਦੇ ਜਥੇ ਨੂੰ ਵਾਪਸ ਮੋੜਨ ਵਿੱਚ ਅਸਫਲ ਰਹਿਣ ਦੀ ਖਬਰ ਭਾਈ ਦਲੀਪ ਸਿੰਘ ਨੂੰ ਦੇਣ ਲਈ ਭਾਈ ਉੱਤਮ ਸਿੰਘ ਦੇ ਕਾਰਖਾਨੇ ਪੁੱਜੇ। ਅਜੇ ਗੱਲ ਦੱਸ ਹੀ ਰਹੇ ਸਨ ਕਿ ਗੁਰਦੁਆਰਾ ਸਾਹਿਬ ਅੰਦਰ ਗੋਲੀ ਚੱਲਣ ਦੀ ਆਵਾਜ਼ ਸੁਣੀ। ਸੁਣਦੇ ਸਾਰ ਹੀ ਦੋਵੇਂ ਗੁਰਦੁਆਰੇ ਵੱਲ ਨੂੰ ਉੱਠ ਨੱਸੇ। ਭਾਈ ਦਲੀਪ ਸਿੰਘ ਜੀ ਦੇ ਮਨ ਦੀ ਦਸ਼ਾ ਨੂੰ ਉਸ ਵੇਲੇ ਕੌਣ ਜਾਣ ਸਕਦਾ ਸੀ। ਉਹ ਭਾਈ ਲਛਮਣ ਸਿੰਘ ਨੂੰ ਰੋਕ ਲੈਣ ਦਾ ਆਪਣਾ ਬਚਨ ਪੂਰਾ ਨਹੀਂ ਸੀ ਕਰ ਸਕੇ। ਹੁਣ ਸਤਿਗੁਰੂ ਦੇ ਸਨਮੁਖ ਸੁਰਖਰੂ ਹੋਣ ਲਈ ਸ਼ਹੀਦ ਹੋਣਾ ਚਾਹੁੰਦੇ ਸਨ। ਵਾਹ ਭਾਈ ਦਲੀਪ ਸਿੰਘ ਜੀ, ਗੋਲੀ ਵਰ ਰਹੀ ਹੈ ਅਤੇ ਆਪ ਜੀ ਨਿਸ਼ਾਨ ਬਦਲਣ ਲਈ ਵਾਹੋ ਦਾਹੀ ਭੱਜੇ ਜਾ ਰਹੇ ਹਨ। ਗੁਰਦੁਆਰਾ ਸਾਹਿਬ ਦੇ ਬਾਹਰ ਭਾਈ ਦਲੀਪ ਸਿੰਘ ਜੀ ਮਹੰਤ ਵੱਲੋਂ ਚਲਾਈ ਗੋਲੀ ਨਾਲ ਸ਼ਹੀਦ ਹੋ ਗਏ। ਮਹੰਤ ਦੇ ਬਦਮਾਸ਼ਾਂ ਨੇ ਭਾਈ ਵਰਿਆਮ ਸਿੰਘ ਨੂੰ ਸ਼ਹੀਦ ਕਰ ਦਿੱਤਾ। ਦੋਹਾਂ ਦੀਆਂ ਲਾਸ਼ਾਂ ਨੂੰ ਘੁਮਿਆਰਾਂ ਦੀ ਆਵੀ ਵਿੱਚ ਸੁੱਟ ਦਿੱਤਾ ਗਿਆ, ਜਿਹੜੀ ਕਿ ਨੇੜੇ ਹੀ ਵੜ ਰਹੀ ਸੀ। ਇਸ ਪਾਪ ਦਾ ਖੁਰਾ ਖੋਜ ਮਿਟਾਉਣ ਲਈ ਮਹੰਤ ਨੇ ਸਾਰੇ ਸਿੰਘਾਂ ਨੂੰ ਤੇਲ ਪਾ ਕੇ ਸਾੜ ਦੇਣ ਦਾ ਹੁਕਮ ਦਿੱਤਾ। ਮਿੱਟੀ ਦੇ ਤੇਲ ਅਤੇ ਲੱਕੜਾਂ ਦਾ ਪ੍ਰਬੰਧ ਮਹੰਤ ਨੇ ਪਹਿਲਾਂ ਹੀ ਕਰ ਰੱਖਿਆ ਸੀ। ਸਿੰਘਾਂ ਨੂੰ 3 ਢੇਰਾਂ ਵਿੱਚ ਇਕੱਠਾ ਕਰਕੇ ਉੱਪਰ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਗਿਆ। ਭਾਈ ਲਛਮਣ ਸਿੰਘ ਜੀ ਨੂੰ ਜ਼ਖਮੀ ਹਾਲਤ ਵਿੱਚ ਜੰਡ ਦੇ ਦਰਖਤ ਨਾਲ ਬੰਨ੍ਹ ਕੇ ਉੱਪਰ ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ। ਇਸ ਸਾਕੇ ਵਿੱਚ ਸ਼ਹੀਦ ਹੋਣ ਵਾਲੇ ਸਿੰਘਾਂ ਦੀ ਗਿਣਤੀ 150 ਦੇ ਕਰੀਬ ਦੱਸੀ। ਖੋਜ ਕਰਨ 'ਤੇ 88 ਸਿੰਘਾਂ ਦਾ ਪੂਰਾ ਥਾਂ ਪਤਾ ਮਿਲ ਸਕਿਆ ਹੈ। ਇਹਨਾਂ ਸ਼ਹੀਦੀਆਂ ਨੇ ਸਿੱਖਾਂ ਅੰਦਰ ਜਾਂਬਾਜ਼ੀ ਦੀ ਉਸ ਸਪਿਰਿਟ ਨੂੰ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਲਸੇ ਅੰਦਰ ਭਰੀ ਸੀ ਅਤੇ ਜਿਸ ਨੂੰ ਖਾਲਸਾ ਭੁੱਲਦਾ ਜਾ ਰਿਹਾ ਸੀ, ਨਵੇਂ ਸਿਰਿਓਂ ਤਾਜ਼ਾ ਕਰ ਦਿੱਤਾ, ਜਿਸ ਦਾ ਸਿੱਟਾ ਆਉਣ ਵਾਲੇ ਸਮੇਂ ਦੀਆਂ ਬੇਮਿਸਾਲ ਕੁਰਬਾਨੀਆਂ ਦੇ ਰੂਪ ਵਿੱਚ ਸਾਹਮਣੇ ਆਇਆ। ਇਸ ਸਾਕੇ ਦੀ ਖਬਰ ਭਾਈ ਧਰਮ ਸਿੰਘ ਚੂਹਣ ਕਾਣੇ ਵੱਲੋਂ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ 20 ਫਰਵਰੀ ਸਵੇਰੇ 11 ਵਜੇ ਦਿੱਤੀ ਗਈ ਅਤੇ ਇਹ ਵੀ ਦੱਸਿਆ ਗਿਆ ਕਿ ਭਾਈ ਦਲੀਪ ਸਿੰਘ ਅਤੇ ਭਾਈ ਲਛਮਣ ਸਿੰਘ ਸ਼ਹੀਦ ਹੋ ਗਏ ਹਨ। ਉਸ ਵੇਲੇ ਝੱਬਰ ਪਾਸ ਗੁਰਦੁਆਰਾ ਸੱਚਾ ਸੌਦਾ ਵਿਖੇ 100 ਸਿੰਘਾਂ ਦਾ ਜਥਾ ਸੀ। ਉਸੇ ਵੇਲੇ ਝੱਬਰ ਨੇ ਸਿੰਘਾਂ ਦੇ ਨਾਲ ਗੁਰੂ ਮਹਾਰਾਜ ਦੇ ਹਜ਼ੂਰ ਅਰਦਾਸਾ ਸੋਧਿਆ, ਸੱਚੇ ਪਾਤਸ਼ਾਹ ਸਾਡੇ ਭਾਈ ਗੁਰਦੁਆਰਾ ਜਨਮ ਸਥਾਨ ਨੂੰ ਕੁਕਰਮੀ ਮਹੰਤ ਪਾਸੋਂ ਆਜ਼ਾਦ ਕਰਾਉਣ ਗਏ ਸ਼ਹੀਦ ਹੋ ਗਏ ਹਨ। ਹੁਣ ਇਹ ਤੇਰੇ ਟਹਿਲੀਏ ਗੁਰਦੁਆਰੇ ਦਾ ਕਬਜ਼ਾ ਲੈਣ ਲਈ ਕਮਰ ਕੱਸੇ ਕਰਦੇ ਹਨ। ਅੰਗ ਸੰਗ ਹੋ ਕੇ ਫਤਿਹ ਬਖਸ਼ਣੀ। ਜੇਕਰ ਅਸੀਂ ਕਬਜ਼ਾ ਨਾ ਲੈ ਸਕੀਏ ਤਾਂ ਸਨਮੁਖ ਹੋ ਕੇ ਸ਼ਹੀਦ ਹੋ ਜਾਈਏ। ਅਰਦਾਸਾ ਸੋਧ ਕੇ ਪਿੰਡਾਂ ਨੂੰ ਇਤਲਾਹ ਭੇਜ ਦਿੱਤੀ ਕਿ ਖਬਰ ਮਿਲਦੇ ਸਾਰ ਹੀ ਸਿੰਘ ਤਿਆਰ ਬਰ ਤਿਆਰ ਹੋ ਗਏ ਚੰਦਰਕੋਟ ਦੀ ਝਾਲ 'ਤੇ ਪਹੁੰਚਣ। 20 ਫਰਵਰੀ 1921 ਰਾਤ ਦੇ 11 ਵਜੇ ਤੱਕ 1500 ਸਿੰਘ ਚੰਦਰਕੋਟ ਦੀ ਝਾਲ 'ਤੇ ਪਹੁੰਚ ਚੁੱਕੇ ਸਨ।
ਇੱਥੋਂ ਨਨਕਾਣਾ ਸਾਹਿਬ 5 ਮੀਲ ਦੀ ਵਿੱਥ 'ਤੇ ਹੈ। 21 ਫਰਵਰੀ ਦੁਪਹਿਰ ਨੂੰ ਜਥੇ ਨੇ ਇੱਥੋਂ ਕੂਚ ਕੀਤਾ। ਗਿਣਤੀ 5000 ਤੋਂ ਉੱਤੇ ਸੀ। ਭਿੱਖੀਵਾਲੀ ਗੁਰਦੁਆਰਾ ਸਾਹਿਬ ਦੇ ਕਾਸ਼ਤਕਾਰਾਂ ਦੀ ਛੋਟੀ ਜਿਹੀ ਬਸਤੀ ਸੀ, ਜਿੱਥੋਂ ਗੁਰਦੁਆਰਾ ਸਾਹਿਬ 2 ਮੀਲ ਦੀ ਦੂਰੀ 'ਤੇ ਸੀ। ਇੱਥੇ ਪਹੁੰਚ ਕੇ ਝੱਬਰ ਨੇ ਜਥੇ ਨੂੰ ਸੰਬੋਧਨ ਕੀਤਾ। ਖਾਲਸਾ ਜੀ, ਕੱਲ੍ਹ ਰਾਤੀ 8 ਵਜੇ ਕਮਿਸ਼ਨਰ ਸਾਹਿਬ 150 ਗੋਰਾ ਫੌਜ ਲੈ ਕੇ ਅਤੇ 6 ਸਿੱਖ ਲੀਡਰਾਂ ਸਮੇਤ ਨਨਕਾਣਾ ਸਾਹਿਬ ਪੁੱਜ ਚੁੱਕੇ ਹਨ। ਮਹੰਤ ਅਤੇ ਉਸਦੇ ਬੰਦੇ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤੇ ਹਨ। ਗੁਰਦੁਆਰੇ ਨੂੰ ਜਿੰਦਰੇ ਮਾਰੇ ਹੋਏ ਹਨ। ਅਸੀਂ ਗੁਰਦੁਆਰੇ ਦਾ ਕਬਜ਼ਾ ਲੈਣ ਜਾਂ ਸ਼ਹੀਦ ਹੋਣ ਦਾ ਅਰਦਾਸਾ ਸੋਧ ਕੇ ਤੁਰੇ ਹਾਂ। ਪਤਾ ਨਹੀਂ ਉੱਥੇ ਕੀ ਨਤੀਜਾ ਨਿਕਲੇ। ਜਿਨ੍ਹਾਂ ਨੇ ਫੌਜ ਦਾ ਮੁਕਾਬਲਾ ਕਰਨਾ ਹੈ ਅਤੇ ਸ਼ਹੀਦ ਹੋਣਾ ਹੈ, ਉਹੀ ਲੀਕ ਟੱਪਣ। ਇਹ ਕਹਿੰਦਿਆਂ ਲੀਕ ਕੱਢ ਦਿੱਤੀ। 2200 ਸਿੰਘ ਲੀਕ ਟੱਪ ਗਿਆ। 2200 ਸਿੰਘਾਂ ਨੂੰ 11 ਜਥਿਆਂ ਵਿੱਚ ਵੰਡ ਕੇ ਜਥੇਦਾਰ ਨਿਯੁਕਤ ਕਰ ਦਿੱਤੇ। ਜਥੇ ਚਾਲੇ ਪਾਉਣ ਲਈ ਤਿਆਰ ਸਨ ਕਿ ਇੱਕ ਆਦਮੀ ਮੋਟਰ ਦੇ ਡਿਪਟੀ ਕਮਿਸ਼ਨਰ ਦਾ ਹੁਕਮ ਲੈ ਕੇ ਝੱਬਰ ਪਾਸ ਆਇਆ। ਲਿਖਿਆ ਸੀ, ਮੈਂ ਤੈਨੂੰ ਹੁਕਮ ਦਿੰਦਾ ਹਾਂ, ਜਥਾ ਲੈ ਕੇ ਅੱਗੇ ਮਤ ਆਓ। ਝੱਬਰ ਨੇ ਇੰਨਾ ਪੜ੍ਹਿਆ ਕਿ ਜ਼ਮੀਨ 'ਤੇ ਰੱਖ ਕੇ ਉਸ ਚਿੱਠੀ ਦੇ 10 ਛਿੱਤਰ ਮਾਰੇ ਅਤੇ ਫਿਰ ਉਸ ਆਦਮੀ ਨੂੰ ਕਿਹਾ, ਤੂੰ DC ਨੂੰ ਕਹਿ ਕਿ ਝੱਬਰ ਜਥਾ ਲੈ ਕੇ ਆਉਂਦਾ, ਤੂੰ ਤਿਆਰੀ ਕਰ ਲੈ। ਸਰਕਾਰੀ ਵਕੀਲ ਸਰਦਾਰ ਮਹਿਤਾਬ ਸਿੰਘ ਨੇ ਜਥੇ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ। ਉਹ ਵੈਰਾਗ ਵਿੱਚ ਰੋਈ ਜਾਣ। ਕਹਿਣ ਲੱਗੇ, ਝੱਬਰ ਸਾਹਿਬ ਅੱਗੇ ਨਾ ਜਾਓ, ਗੋਰਾ ਫੌਜ ਹੈ, ਮਸ਼ੀਨ ਗੰਨਾਂ ਬੀੜੀਆਂ ਹੋਈਆਂ ਹਨ। ਅੱਗੇ 200 ਸਿੰਘ ਸ਼ਹੀਦ ਹੋ ਗਿਆ ਹੈ, ਤੁਸੀਂ ਵੀ ਮਾਰੇ ਜਾਓਗੇ। ਪਰ ਜਥੇਦਾਰ ਨੇ ਇੱਕ ਨਾ ਮੰਨੀ। ਮਹਿਤਾਬ ਸਿੰਘ ਰੁਮਾਲ ਨਾਲ ਅੱਖਾਂ ਪੂੰਝਦਾ ਵਾਪਸ ਮੁੜ ਗਿਆ। ਜਥਾ ਅੱਗੇ ਵੱਧਦਾ ਗਿਆ। ਇੱਥੇ ਫਿਰ ਝੱਬਰ ਨੇ ਜਥੇ ਨੂੰ ਸੰਬੋਧਨ ਕੀਤਾ ਅਤੇ ਆਖਿਆ, ਢਿੱਲ ਨਹੀਂ ਕਰਨੀ। ਜੇ ਗੋਲੀ ਚੱਲੇ ਤਾਂ ਗੋਰਾ ਫੌਜ 'ਤੇ ਹੱਲਾ ਬੋਲ ਦੇਣਾ ਹੈ। ਉਹ 200 ਹਨ, ਤੁਸੀਂ 2200 ਹੋ। ਗੋਰਾ ਇੱਕ ਨਹੀਂ ਰਹਿਣ ਦੇਣਾ। ਹਰ ਹਾਲਤ ਵਿੱਚ ਕਬਜ਼ਾ ਲੈਣਾ ਹੈ ਜਾਂ ਸ਼ਹੀਦ ਹੋਣਾ ਹੈ। ਇਸ ਵੇਲੇ ਸ਼ਾਮ ਦੇ 4 ਵਜੇ ਸਨ। ਜਥਾ ਰੇਲਵੇ ਲਾਈਨ ਕੋਲ ਪੁੱਜ ਚੁੱਕਾ ਸੀ। ਸਾਹਮਣੇ ਥੋੜ੍ਹੀ ਵਿੱਥ 'ਤੇ 4 ਅੰਗਰੇਜ਼ ਅਫਸਰ, ਮਿਸਟਰ ਕਿੰਗ ਕਮਿਸ਼ਨਰ ਲਾਹੌਰ, ਮਿਸਟਰ ਐਮਰਸਨ DIG ਪੁਲਿਸ, ਮਿਸਟਰ ਕੈਰੀ DC ਅਤੇ ਫੌਜੀ ਜਰਨੈਲ ਖੜ੍ਹੇ ਸਨ। ਇਹਨਾਂ ਦੇ ਨਾਲ ਹੀ ਸਿੱਖ ਲੀਡਰ ਸਰਦਾਰ ਹਰਬੰਸ ਸਿੰਘ ਅਟਾਰੀ, ਮਹਿਤਾਬ ਸਿੰਘ, ਭਾਈ ਜੋਧ ਸਿੰਘ ਅਤੇ ਲਾਲ ਸਿੰਘ ਪੁੱਜ ਚੁੱਕੇ ਸਨ। DC ਨੇ ਅੱਗੇ ਵੱਧ ਕੇ ਜਥੇਦਾਰ ਝੱਬਰ ਨੂੰ ਜਥਾ ਰੋਕਣ ਲਈ ਕਿਹਾ ਅਤੇ ਧਮਕੀ ਦਿੱਤੀ, आगे गोरा फौज है, अगर तुम आगे बढ़ोगे तो गोली चल जाएगी और तुम मारे जाओगे। ਝੱਬਰ ने कहा, हाँ हाँ आप गोली चलाओ और मेरे जवाब दे हथ देखो। पुलिस जनरल, आप क्या चाहते हो? ਝੱਬਰ ने कहा, ਅਸੀਂ ਤੁਹਾਤੋਂ ਕੁਝ ਨਹੀਂ ਮੰਗਦੇ। ਇਹ ਗੁਰਦੁਆਰਾ ਸਾਡਾ ਯਰੂਸ਼ਲਮ ਹੈ। ਤੁਸੀਂ ਸਾਨੂੰ ਇੱਥੇ ਜਾਣ ਤੋਂ ਕਿਉਂ ਰੋਕਦੇ ਹੋ? ਤੁਸੀਂ ਇਸ ਨੂੰ ਜਿੰਦਰੇ ਕਿਉਂ ਮਾਰੇ ਹੋਏ ਹਨ? ਇਸ ਦੀਆਂ ਚਾਬੀਆਂ ਰੱਖ ਦਿਓ ਅਤੇ ਫੌਜ ਹਟਾ ਲਓ। ਅਸੀਂ ਹੋਰ ਕੁਝ ਨਹੀਂ ਚਾਹੁੰਦੇ। DC कैरी ने कहा, आपको चाबियां मिल जाएंगी, आज की रात 4 पहर ठहरो। ਝੱਬਰ ने कहा, ਤੈਨੂੰ ਮੱਤ ਦੇਣ ਵਾਲਾ ਮੈਨੂੰ ਵੀ ਸਮਝਾ ਗਿਆ ਹੈ। ਤੂੰ 4 ਪਹਿਰ ਕਹਿ ਰਿਹਾ, ਅਸੀਂ 4 ਮਿੰਟ ਨਹੀਂ ਰਾਟਕ ਸਕਦੇ। ਫਿਰ ਜਥੇ ਨੂੰ ਸੰਬੋਧਨ ਕਰਦਿਆਂ ਕਿਹਾ, ਖਾਲਸਾ ਜੀ, ਸਾਹਿਬ ਕਹਿ ਰਿਹਾ ਹੈ ਕਿ 4 ਪਹਿਰ ਠਹਿਰੋ, ਕੱਲ੍ਹ ਸਵੇਰੇ ਚਾਬੀਆਂ ਮਿਲ ਜਾਣਗੀਆਂ। ਇਹ ਸੁਣਦੇ ਸਾਰੀ ਜਥੇ ਦੀ ਮੋਹਰਲੀ ਕਤਾਰ ਵਿੱਚੋਂ ਗਿਆਨ ਸਿੰਘ ਨਾਮੀ ਸਿੰਘ ਅੱਗੇ ਵਧਿਆ ਅਤੇ ਆਪਣੀ ਛਵੀ ਜ਼ੋਰ ਨਾਲ ਮਾਰ ਕੇ ਬੋਲਿਆ, ਅਸੀਂ ਇੱਕ ਪਲ ਅਟਕਣ ਨੂੰ ਤਿਆਰ ਨਹੀਂ। ਗਿਆਨ ਸਿੰਘ ਦੀ ਛਵੀ ਜ਼ਮੀਨ 'ਤੇ ਵੱਜਣ ਦੀ ਦੇਰ ਸੀ ਕਿ ਸਿੰਘਾਂ ਨੇ ਆਪੋ ਆਪਣਾ ਹਥਿਆਰ ਜ਼ਮੀਨ 'ਤੇ ਮਾਰਿਆ ਅਤੇ ਪੂਰੇ ਜੋਸ਼ ਨਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਛੱਡਿਆ। ਹੁਣ ਝੱਬਰ ਜੋਸ਼ ਵਿੱਚ DC ਨੂੰ ਕਹਿਣ ਲੱਗਾ, ਸਾਹਿਬ ਬਹਾਦਰ, ਪਿੱਛੇ ਹਟ ਜਾ। ਜੇ ਤੇਰਾ ਕਿਸੇ ਨੇ ਕਤਲ ਕਰ ਦਿੱਤਾ ਮੈਂ ਜ਼ਿੰਮੇਵਾਰ ਨਹੀਂ ਹੋਵਾਂਗਾ। ਪਿੱਛੇ ਹਟ, ਦੂਰ ਹੋ ਜਾਏ। ਜਥਾ ਹੁਣ ਗੁਰਦੁਆਰੇ ਜਾਏਗਾ ਅਤੇ ਕਿਸੇ ਦੇ ਰੋਕਿਆਂ ਨਹੀਂ ਰੁਕੇਗਾ। DC ਦਾ ਜਵਾਬ ਸੀ, ਅੱਛਾ 2 ਮਿੰਟ ਠਹਿਰੋ। ਉਸ ਦੇ ਚਿਹਰੇ ਦਾ ਰੰਗ ਫਿੱਕਾ ਪੈ ਚੁੱਕਾ ਸੀ। ਚੌਹਾਂ ਅਫਸਰਾਂ ਨੇ ਕੁਝ ਸਲਾਹ ਕੀਤੀ ਅਤੇ ਕਮਿਸ਼ਨਰ ਕਿੰਗ ਨੇ ਅੱਗੇ ਵੱਧ ਕੇ ਝੱਬਰ ਨੂੰ ਗੁਰਦੁਆਰੇ ਦੀਆਂ ਚਾਬੀਆਂ ਦਿੰਦੇ ਹੋਏ ਕਿਹਾ, हम आपको गुरुद्वारे की चाबियां देता है, लेकिन आप एक कमेटी बनाओ जिसको हम गुरुद्वारे का कब्जा लिख देंगे। दूसरी बात, आप कुछ देर ठहरो, हम फौज को वापस बुलाएंगे, फिर आपका जथा आगे बढ़ेगा। जथेदार ਝੱਬਰ ने घोड़े ਤੇ चढ़ के ਚਾਬੀਆਂ ਵਿਖਾਉਂਦੇ ਹੋਏ ਕਿਹਾ, ਖਾਲਸਾ ਜੀ, ਗੁਰਦੁਆਰੇ ਦੀਆਂ ਚਾਬੀਆਂ ਤੁਹਾਨੂੰ ਮਿਲ ਗਈਆਂ ਹਨ। ਉਸ ਵੇਲੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਹਾਜ਼ਰ ਸਿੰਘਾਂ ਵਿੱਚੋਂ 7 ਮੈਂਬਰਾਂ ਦੀ ਕਮੇਟੀ ਬਣਾਈ ਗਈ, ਜਿਸ ਦੇ ਪ੍ਰਧਾਨ ਸਰਦਾਰ ਹਰਬੰਸ ਸਿੰਘ ਅਟਾਰੀ ਬਣੇ ਅਤੇ ਗੁਰਦੁਆਰਾ ਜਨਮ ਸਥਾਨ ਦਾ ਕਬਜ਼ਾ ਕਮੇਟੀ ਦੇ ਨਾਮ ਲਿਖ ਦਿੱਤਾ ਗਿਆ। ਇਸ ਤਰ੍ਹਾਂ ਫਰਵਰੀ 1921 ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ਖਾਲਸਾ ਪੰਥ ਦੇ ਕਬਜ਼ੇ ਵਿੱਚ ਆ ਗਿਆ।
ਕਬਜ਼ਾ ਲੈਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਅੰਦਰ ਜਾਂ ਬਾਹਰ ਜਿੱਥੇ ਜਿੱਥੇ ਵੀ ਸ਼ਹੀਦ ਸਿੰਘਾਂ ਦੇ ਸਰੀਰ ਦੇ ਟੁਕੜੇ ਮਿਲੇ ਉਹ ਇਕੱਠੇ ਕੀਤੇ ਗਏ। ਗੁਰਦੁਆਰੇ ਦੇ ਅਹਾਤੇ ਵਿੱਚ ਪ੍ਰਕਾਸ਼ ਅਸਥਾਨ ਦੇ ਸਾਹਮਣੇ ਜਿੱਥੇ ਸ਼ਹੀਦਗੰਜ ਬਣਿਆ ਹੋਇਆ ਹੈ, ਸ਼ਹੀਦ ਸਿੰਘਾਂ ਦਾ ਅੰਗੀਠਾ ਤਿਆਰ ਕੀਤਾ ਗਿਆ। ਭਾਈ ਜੋਧ ਸਿੰਘ ਨੇ ਅਤ ਵੈਰਾਗਮਈ ਅਵਸਥਾ ਵਿੱਚ ਅਰਦਾਸਾ ਸੋਧਿਆ ਅਤੇ 23 ਫਰਵਰੀ 1921 ਸ਼ਾਮ ਦੇ 7 ਵਜੇ ਸ਼ਹੀਦ ਸਿੰਘਾਂ ਦਾ ਸੰਸਕਾਰ ਕੀਤਾ ਗਿਆ। 20 ਫਰਵਰੀ ਦੀ ਰਾਤ ਨੂੰ ਹੀ 2 ਵਜੇ ਸਪੈਸ਼ਲ ਟ੍ਰੇਨ ਰਾਹੀਂ ਮਹੰਤ ਅਤੇ ਉਸਦੇ ਸਾਥੀ ਕਾਤਲਾਂ ਨੂੰ ਲਾਹੌਰ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ ਸੀ। ਨਨਕਾਣਾ ਸਾਹਿਬ ਦੇ ਸਾਕੇ ਵੇਲੇ ਸਰਦਾਰ ਬਹਾਦਰ ਮਹਿਤਾਬ ਸਿੰਘ ਸਰਕਾਰੀ ਵਕੀਲ ਵੀ ਸਨ ਅਤੇ ਪੰਜਾਬ ਕੌਂਸਲ ਦੇ ਡਿਪਟੀ ਚੀਫ ਵੀ ਸਨ। 180 ਤੋਂ ਵੱਧ ਸਿੱਖਾਂ ਦਾ ਕਾਤਲ ਮਹੰਤ ਨਰੈਣੂ ਸਰਕਾਰੀ ਅਫਸਰਾਂ ਨਾਲ ਨੇੜਤਾ ਰੱਖਦਾ ਸੀ। ਇਸ ਕਰਕੇ ਪੁਲਿਸ ਉਸ ਦਾ ਕੇਸ ਕਮਜ਼ੋਰ ਰੱਖ ਕੇ ਉਸ ਨੂੰ ਬਚਾਉਣਾ ਚਾਹੁੰਦੀ ਸੀ। ਸਰਕਾਰੀ ਸਾਜ਼ਿਸ਼ਾਂ ਨੂੰ ਵੇਖ ਕੇ ਸਰਦਾਰ ਬਹਾਦਰ ਮਹਿਤਾਬ ਸਿੰਘ ਨੇ ਸਰਕਾਰੀ ਵਕੀਲ ਦੇ ਅਹੁਦੇ ਤੋਂ ਅਤੇ ਪੰਜਾਬ ਕੌਂਸਲ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ। ਦੋਸ਼ੀ ਉੱਪਰ ਮੁਕੱਦਮਾ ਚਲਾ ਕੇ ਸਜ਼ਾਵਾਂ ਦਿੱਤੀਆਂ ਗਈਆਂ। 12 ਅਕਤੂਬਰ 1921 ਨੂੰ ਸੈਸ਼ਨ ਜੱਜ ਨੇ ਇਸ ਘਟਨਾ ਵਿੱਚ ਸ਼ਾਮਲ ਮਹੰਤ ਅਤੇ ਉਸਦੇ ਸਾਥੀਆਂ ਕਾਦਰ ਜਲਾਲਾਬਾਦੀ, ਆਤਮ ਰਾਮ ਖਾਨ ਕੀ, ਰਾਂਝਾ ਥਾਣਾ ਝੰਗ, ਹਰੀ ਨਾਥ ਕਨਫਟਾ ਜੋਗੀ, ਨੂਰ ਸ਼ਾਹਦੀਨ ਪਠਾਨ, ਸੁਰੈਣ ਸਿੰਘ ਲੁਲਿਆਣੀ, ਰਿਹਾਨਾ ਲੁਲਿਆਣੀ ਨੂੰ ਫਾਂਸੀ ਦੀ ਸਜ਼ਾ, 8 ਨੂੰ ਕਾਲੇ ਪਾਣੀ ਦੀ ਅਤੇ ਬਾਕੀਆਂ ਨੂੰ 7-7 ਸਾਲ ਦੀ ਸਜ਼ਾ ਸੁਣਾਈ। ਪਰ ਬਾਅਦ ਵਿੱਚ ਹਾਈ ਕੋਰਟ ਨੇ ਇਹ ਸਜ਼ਾਵਾਂ ਘੱਟ ਕਰ ਦਿੱਤੀਆਂ। ਮਹੰਤ ਦੀ ਫਾਂਸੀ ਤੋਂ ਘਟਾ ਕੇ ਕਾਲੇ ਪਾਣੀ ਕਰ ਦਿੱਤੀ। ਬਾਕੀ 7 ਵਿੱਚੋਂ 3 ਦੀ ਫਾਂਸੀ ਦੀ ਸਜ਼ਾ ਅਤੇ 8 ਦੀ ਕਾਲੇ ਪਾਣੀ ਦੀ ਸਜ਼ਾ ਵਿੱਚੋਂ 2 ਦੀ ਕਾਲੇ ਪਾਣੀ ਦੀ ਸਜ਼ਾ ਕਾਇਮ ਰਹੀ। ਬਾਕੀ ਦੇ ਸਾਰੇ ਬਰੀ ਕਰ ਦਿੱਤੇ ਗਏ। ਇਸ ਤਰ੍ਹਾਂ ਸ਼ਹੀਦੀਆਂ ਦੇ ਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਸਿੱਖ ਪੰਥ ਦੇ ਹੱਥਾਂ ਵਿੱਚ ਆਇਆ। ਪਰ 1947 ਈਸਵੀ ਦੀ ਦੇਸ਼ ਦੀ ਵੰਡ ਹੋਣ ਕਰਕੇ ਗੁਰਧਾਮ ਪਾਕਿਸਤਾਨ ਵਿੱਚ ਰਹਿ ਜਾਣ ਕਰਕੇ ਫਿਰ ਪੰਥ ਇਸ ਦੇ ਦਰਸ਼ਨ ਦੀਦਾਰਿਆਂ ਤੋਂ ਵਾਂਝਾ ਹੋ ਗਿਆ, ਜਿਸ ਦੇ ਖੁੱਲ੍ਹੇ ਦਰਸ਼ਨਾਂ ਦੀ ਸਿੱਕ ਲੈ ਕੇ ਅੱਜ ਹਰੇਕ ਸਿੱਖ ਅਰਦਾਸ ਕਰਦਾ ਹੈ। ਇਹ ਸ਼ਹੀਦੀਆਂ ਸਿੱਖਾਂ ਦੀ ਰੋਜ਼ਾਨਾ ਦੀ ਅਰਦਾਸ ਦਾ ਹਿੱਸਾ ਬਣ ਗਈਆਂ। ਅੱਜ ਵੀ ਜਦ ਸਿੱਖ ਅਰਦਾਸ ਕਰਦਾ ਹੈ ਤਾਂ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਾ ਹੋਇਆ ਆਖਦਾ ਹੈ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ। ਤੇ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।